ਨਾਵਲ ਰੂਪਧਾਰਾ ਦਾ ਦੂਜਾ ਐਪੀਸੋਡ ਆਪਾਂ ਸ਼ੁਰੂ ਕਰਨ ਲੱਗੇ ਹਾਂ। ਐਤਕੀ ਵਾਰ ਮਾਲਣ ਨੇ ਮੁੰਡੇ ਨੂੰ ਜਨਮ ਦੇ ਕੇ ਹਰ ਹੋਣੀ ਦਾ ਮੂੰਹ ਪਛਾੜ ਦਿੱਤਾ। ਜ਼ਿਲ੍ਹੇਦਾਰ ਲਈ ਹਾਰ ਹੰਭ ਕੇ ਹਰ ਪਹਿਲੂ ਤੋਂ ਹਥਿਆਰ ਸੁੱਟੇ ਬਿਨਾ ਕੋਈ ਚਾਰਾ ਨਾ ਰਿਹਾ ਤੇ ਮਾਲਣ ਥੋੜੇ ਚਿਰ ਪਿੱਛੋਂ ਹੀ ਘਰ ਦੀ ਪੂਰੀ ਮਾਲਕਣ ਬਣ ਗਈ। ਹੁਣ ਬੂੜ ਕਦੇ ਕਦਾਈ ਸ਼ੁਗਲ ਵਜੋਂ ਬੱਚਿਆਂ ਨਾਲ ਤਾਸ਼ ਵੀ ਖੇਡ ਲੈਂਦਾ ਸੀ। ਮਾਲਣ ਨੇ ਮਜ਼ਬੂਤ ਇਰਾਦੇ ਤੇ ਘੋਰ ਤਪੱਸਿਆ ਨਾਲ ਜ਼ਿੰਦਗੀ ਨੂੰ ਜਿੱਤਿਆ ਸੀ ਤੇ ਸਮਾਜੀ ਕੋੜਾਂ ਨੂੰ ਬੁਹਾਰੀ ਨਾਲ ਵਿਹੜਿਓਂ ਬਾਹਰ ਕੱਢ ਦਿੱਤਾ ਸੀ। ਹੁਣ ਉਹ ਇੱਕ ਤਰ੍ਹਾਂ ਹਾਲਾਤ ਨਾਲ ਕਦਮ ਮੇਲ ਕੇ ਤੁਰ ਰਹੀ ਸੀ। ਉਸਨੂੰ ਭਰੋਸਾ ਸੀ ਕਿ ਉਹ ਕੁਝ ਵੀ ਗਲਤ ਨਹੀਂ ਵਾਪਰਨ ਦੇਵੇਗੀ। ਭਾਵੇਂ ਕਬੀਲਦਾਰੀ ਦਾ ਭਾਰ ਮਹਿਸੂਸ ਕਰਦਿਆਂ ਬੂੜ ਸਿੰਘ ਦੀ ਅਯਾਸ਼ੀ ਪਤਲੀ ਪੈ ਗਈ ਸੀ, ਪਰ ਸ਼ਰਾਬ ਉਸਦੇ ਵੱਸ ਦਾ ਰੋਗ ਨਹੀਂ ਰਿਹਾ ਸੀ, ਜਿਹੜੀ ਆਦਤ, ਖੁਰਾਕ ਤੇ ਸਭ ਕੁਝ ਬਣ ਚੁੱਕੀ ਸੀ। ਫਿਰ ਵੀ ਮਾਲਣ ਨੇ ਘਰ ਦੀ ਕੁੰਜੀ ਸੰਭਾਲਦਿਆਂ ਤੇ ਕਬੀਲਦਾਰੀ ਦੇ ਆਉਣ ਵਾਲੇ ਭਾਰ ਨੂੰ ਮਹਿਸੂਸ ਕਰਦਿਆਂ ਸਰਦਾਰ ਤੋਂ ਚੋਰੀ ਛੁਪੇ ਕੁਝ ਨਾ ਕੁਝ ਜੋੜਨਾ ਸ਼ੁਰੂ ਕਰ ਦਿੱਤਾ। ਸਤਵੰਤ ਹੁਣ ਦੂਜੀ ਜਮਾਤ ਵਿੱਚ ਪੜ੍ਹਦੀ ਸੀ ਤੇ ਜਗਰੂਪ ਨਾਲ ਜਾਣ ਲਈ ਜ਼ਿੱਦ ਕਰਿਆ ਕਰਦੀ ਸੀ। ਬੱਚਿਆਂ ਵਿੱਚ ਮਾਂ ਦੀਆਂ ਆਦਤਾਂ ਭਾਰੂ ਸਨ। ਉਹ ਮਾਲਣ ਨੂੰ ਤੰਗ ਨਹੀਂ ਕਰਿਆ ਕਰਦੇ ਸਨ। ਤਸੱਲੀ ਦੇ ਇਹਨਾਂ ਵਰ੍ਹਿਆਂ 'ਚ ਮਾਲਣ ਨੇ ਕੱਪੜੇ ਸਿਉਣ ਵਾਲੀ ਮਸ਼ੀਨ ਖਰੀਦ ਲਈ ਤੇ ਘਰ ਦੇ ਕੱਪੜੇ ਸਿਉਂ ਕੇ ਸਿਲਾਈ ਦੇ ਖਰਚ ਦੀ ਬਚਤ ਕਰਨੀ ਸ਼ੁਰੂ ਕਰ ਦਿੱਤੀ। ਕੰਮ ਕਰਨ ਤੇ ਕੁਝ ਨਵਾਂ ਸਿੱਖਣ ਦਾ ਉਸਨੂੰ ਹਮੇਸ਼ਾ ਚਾਅ ਰਹਿੰਦਾ ਸੀ। ਬੱਚਿਆਂ ਦੇ ਨਿਖਰਦੇ ਨਕਸ਼ਾਂ ਨਾਲ ਉਸ ਦੀ ਖੁਸ਼ੀ ਵਿਕਾਸ ਫੜਦੀ ਜਾ ਰਹੀ ਸੀ। ਹਰਨੇਕ ਪਾਲਣੇ 'ਚ ਪਿਆ ਟਾਰਾਂ ਦਿੰਦਾ ਤਦ ਉਹ ਵਿਸਮਾਦ ਵਿੱਚ ਆਈ ਚੁਟਕੀਆਂ ਮਾਰਦੀ ਪਿਆਰ ਦੇ ਨਵੇਂ ਸ਼ਬਦ ਤੇ ਲੋਰੀਆਂ ਫੁੱਲ ਕਲੀਆਂ ਵਾਂਗ ਵਿਗਸ ਜਾਂਦੇ। ਇਨ੍ਹਾਂ ਨਿੱਘੇ ਦਿਨਾਂ ਅਤੇ ਸੁਪਨਿਆਲੀਆਂ ਰਾਤਾਂ ਨੇ ਉਸਨੂੰ ਮੁੜ ਮੁਟਿਆਰ ਬਣਾ ਦਿੱਤਾ। ਬੂੜ ਸਿੰਘ ਉੱਤੇ ਇੱਕ ਵਾਰ ਫਿਰ ਰਿਸ਼ਵਤ ਦਾ ਕੇਸ ਬਣ ਗਿਆ। ਉਹ ਵੀ ਉਸਨੇ ਰਿਸ਼ਵਤ ਦੇ ਜ਼ੋਰ ਨਾਲ ਜਿੱਤ ਲਿਆ, ਪਰ ਉਸਦਾ ਰਿਕਾਰਡ ਗੰਦਾ ਹੋ ਚੁੱਕਾ ਸੀ, ਜਿਹੜਾ ਉਸਦੀ ਤਰੱਕੀ ਲਈ ਹਮੇਸ਼ਾ ਰੋੜਾ ਸਾਬਤ ਹੁੰਦਾ ਰਿਹਾ। ਉਹ ਰੱਬ ਦੀ ਰਜ਼ਾ ਵਾਂਗ ਜ਼ਿਲ੍ਹੇਦਾਰੀ 'ਚ ਖੁਸ਼ ਸੀ। ਜਦ ਕੋਪਲਾਂ ਜਵਾਨ ਹੋਣ ਲਈ ਜ਼ੋਰ ਲਾ ਰਹੀਆਂ ਹੁੰਦੀਆਂ ਹਨ, ਮੁੱਢਲੇ ਪੱਤੇ ਪੀਲੇ ਪੈ ਜਾਂਦੇ ਹਨ, ਜਿਨ੍ਹਾਂ ਨੂੰ ਕੋਈ ਵੀ ਬੁੱਲਾ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ। ਇਹਨਾਂ ਅਤੀ ਚੰਗੇ ਦਿਨਾਂ ਵਿੱਚ ਇੱਕ ਭੈੜੀ ਘਟਨਾ ਵਾਪਰ ਗਈ, ਜਿਸ ਹੋਰ 2 ਸਾਲ ਤੱਕ ਵੀ ਵਾਪਰ ਹੀ ਜਾਣਾ ਸੀ। ਜ਼ਿਲ੍ਹੇਦਾਰ ਨੂੰ ਤਾਰ ਮਿਲੀ ਕਿ ਉਸਦਾ ਪਿਤਾ ਸ਼ਹਿਰ ਨੂੰ ਜਾਂਦਾ ਘੋੜੀ ਤੋਂ ਡਿੱਗ ਕੇ ਮਰ ਗਿਆ ਏ। ਬਿਰਧ ਦੀ ਰੀੜ ਧੌਣ ਦੇ ਨੇੜੇ ਟੁੱਟ ਗਈ ਸੀ। ਉਸ ਪਿੰਡੋਂ ਬਾਹਰ ਹੀ ਪ੍ਰਾਣ ਤਿਆਗ ਦਿੱਤੇ ਸਨ। ਬੂੜ ਨਾਲ ਮਾਲਣ ਨੂੰ ਬਿਰਧ ਦੇ ਮਰ ਜਾਣ ਦਾ ਪੁੱਜ ਕੇ ਦੁੱਖ ਹੋਇਆ। ਉਹ ਸਮਝਦੀ ਸੀ ਬਿਰਧ ਨੇ ਅਤ ਔਖੇ ਸਮੇਂ ਵਿੱਚ ਉਸਨੂੰ ਹਮਦਰਦੀ ਦਿੱਤੀ ਸੀ। ਇਸ ਦੇ ਉਲਟ ਬੂੜ ਦੇ ਵਿਚਾਰ ਸਨ, ਚੰਗਾ ਹੋਇਆ ਤੁਰਦਾ ਫਿਰਦਾ ਚਲਾ ਗਿਆ, ਹੋਰ 4 ਵਰ੍ਹੇ ਹੱਡੀਆਂ ਰਗੜ ਕੇ ਜੀ ਲੈਂਦਾ, ਫਿਰ ਵੀ ਮਰਨਾ ਹੀ ਸੀ। ਉਹਨਾਂ ਘਰ ਆ ਕੇ ਬਿਰਧ ਦਾ ਪਾਠ ਰਖਵਾਇਆ। ਮਾਲਣ ਨੇ ਪੇਕਿਆਂ ਨੂੰ ਜਾ ਕੇ ਖਬਰ ਨਾ ਘੱਲੀ, ਖਬਰੇ ਚਾਚੇ ਦੇ ਪੁੱਤ ਭਰਾ ਆਉਣ ਹੀ ਨਾ। ਭਰਾ ਭਰਜਾਈ ਦੇ ਮਰ ਜਾਣ ਪਿੱਛੋਂ ਰਿਸ਼ਤੇਦਾਰੀ ਦਾ ਹੋਰ ਬਰਾਬਰ ਹੋ ਕੇ ਰਹਿ ਗਈ ਸੀ। ਉਹਨਾਂ ਭਾਈਚਾਰੇ ਨੂੰ ਰੋਟੀ ਦਿੱਤੀ ਅਤੇ ਬਿਰਧ ਦੇ ਭਾਰ ਤੋਂ ਸੁਰਖਰੀ ਹੋ ਗਏ। ਬੇਲੋੜੇ ਜੀ ਦਾਵੇ ਦੇ ਤੌਰ ਤੇ ਭਾਵੇਂ ਲੱਖ ਅਫਸੋਸ ਕੀਤਾ ਜਾਵੇ, ਪਰ ਮਨ ਦੀ ਖੁਸ਼ੀ ਜ਼ਾਹਰ ਹੋਣੋਂ ਨਹੀਂ ਰਹਿੰਦੀ। ਬਿਰਧ ਦੀ ਰੋਟੀ ਉੱਤੇ ਰਿਵਾਜ ਵਜੋਂ ਗਿੱਧਾ ਵੀ ਪਾਇਆ ਗਿਆ। ਅਫਸੋਸ ਦੀ ਪਰਛਾਈ ਗੁਜ਼ਰ ਜਾਣ ਪਿੱਛੋਂ ਜ਼ਿੰਦਗੀ ਨੇ ਮੁੜ ਆਪਣਾ ਮਹਾਜ ਮੱਲ ਲਿਆ। ਇਹ ਗਲਤ ਹੈ ਕਿ ਖੁਸ਼ੀ ਦੀਆਂ ਘੜੀਆਂ ਵਿੱਚ ਸਮਾਂ ਆਪਣੀ ਰਫ਼ਤਾਰ ਤੇਜ਼ ਕਰ ਲੈਂਦਾ ਹੈ। ਸਮੇਂ ਦਾ ਹਰ ਸਾਹ ਮਨੁੱਖ ਦੀ ਉਮਰ ਨਾਲ ਜੰਜੀਰ ਦੀ ਕੜੀ ਨਾਲ ਬੱਝਾ ਹੋਇਆ ਹੈ, ਪਰ ਖੁਸ਼ੀ ਵਿੱਚ ਮਸਤ ਮਨੁੱਖ ਨੂੰ ਬੀਤ ਰਹੇ ਦੀ ਖੁਦ ਪ੍ਰਵਾਹ ਨਹੀਂ ਰਹਿੰਦੀ। ਬਹਾਰ ਆਉਂਦੀ ਖੇੜਾ ਬਖਸ਼ ਕੇ ਗੁਜ਼ਰ ਜਾਂਦੀ। ਮਾਲਣ ਦੀਆਂ ਮੁਸਕਾਨਾਂ ਬੱਚਿਆਂ ਉੱਤੇ ਵਾਰ ਆਉਂਦਾ ਅਨੁਭਵ ਕਰਦੀਆਂ। ਸਾਵਣ ਆਉਂਦਾ, ਧਰਤੀ ਦੀਆਂ ਤਪਾੜਾਂ ਨਿਸਲ ਪੈ ਜਾਂਦੀਆਂ ਅਤੇ ਉਹ ਪਿਆਰ ਦੀਆਂ ਲਹਿਰਾਂ ਵਿੱਚ ਸਰਸ਼ਾਰੀ ਜਾਂਦੀ। ਹਾੜੀ ਦੀ ਫੇਰੀ ਸਤਵੰਤ ਤੇ ਜਗਰੂਪ ਨੂੰ ਇੱਕ ਜਮਾਤ ਵਿੱਚੋਂ ਦੂਜੀ ਵਿੱਚ ਉਛਾਲ ਜਾਂਦੀ। ਜਿੱਦਾਂ ਅਤੇ ਰੋਸੇ ਕਰਨ ਲਈ ਹਰਨੇਕ ਤਕੜਾ ਹੋ ਗਿਆ ਸੀ। 5ਵੇਂ ਸਾਲ ਵਿੱਚ ਉਹ ਵੀ ਸਕੂਲ ਜਾਣ ਲੱਗ ਪਿਆ। ਸਤਵੰਤ ਹੁਣ 8ਵੀਂ ਤੇ ਜਗਰੂਪ 6ਵੀਂ ਵਿੱਚ ਸੀ। ਧੀ ਨੂੰ ਜਵਾਨ ਹੁੰਦਿਆਂ ਵੇਖ ਮਾਲਣ ਨੇ ਬੂੜ ਸਿੰਘ ਨੂੰ ਕੋਈ ਮੁੰਡਾ ਨਿਗਾਹ 'ਚ ਰੱਖਣ ਲਈ ਆਖਿਆ। ਬੂੜ ਸਿੰਘ ਨੂੰ ਇੱਕਦਮ ਖਿਆਲ ਆਇਆ, ਇਹ ਵੀ ਕਰਨਾ ਹੀ ਪਏਗਾ।
ਜਿਵੇਂ ਪਹਿਲਾਂ ਕੁੜੀਆਂ ਦੇ ਵਿਆਹ ਵੱਲੋਂ ਸੁੱਤਾ ਹੀ ਪਿਆ ਸੀ। ਇਸ ਗੱਲ ਦਾ ਉਸਨੂੰ ਪੁੱਜ ਕੇ ਝੋਰਾ ਸੀ ਕਿ ਕੱਲ ਮੈਂ ਕਿਸੇ ਦਾ ਜਵਾਈ ਸੀ ਤੇ ਅੱਜ ਮੈਂ ਕਿਸੇ ਦਾ ਸਹੁਰਾ ਬਣਨ ਵਾਲਾ ਹਾਂ। ਸਮੇਂ ਵਰਗਾ ਉਸਤਾਦ ਕੋਈ ਨਹੀਂ ਜਿਹੜਾ ਮੌਕੇ ਤੋਂ ਪਹਿਲਾਂ ਕੁਦਰਤੀ ਸੈਨਤਾ ਨਾਲ ਮਨੁੱਖ ਨੂੰ ਹਲੂਣ ਕੇ ਚੇਤਨ ਕਰਦਾ ਹੈ। ਇਸ ਤਰ੍ਹਾਂ ਜਾਤੀ ਤਜਰਬੇ ਵਰਗਾ ਰਹਿਨੁਮਾ ਜਿਹੜਾ ਡੂੰਘੇ ਹਨੇਰੇ ਵਿੱਚ ਵੀ ਮਸ਼ਾਲ ਬਾਲਦਾ ਹੈ। ਜ਼ਿਲ੍ਹੇਦਾਰ ਦੀ ਖਾਸ਼ ਸੀ ਮੁੰਡਾ ਨੌਕਰੀ ਤੇ ਲੱਗਾ ਹੋਇਆ ਮਿਲ ਜਾਵੇ। ਹਲਵਾ ਜੱਟਾਂ ਦੇ ਸਾਕ ਉਸਨੂੰ ਜੱਚੇ ਨਹੀਂ ਸਨ। ਸਤਵੰਤ ਨੂੰ ਹਲਵਾ ਜੱਟਾਂ ਦੇ ਕੰਮਾਂ ਦਾ ਗਿਆਨ ਵੀ ਕੋਈ ਨਹੀਂ ਸੀ। ਉਸਦੇ ਸੁਭਾਅ ਅਤੇ ਲਿਆਕਤ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਸੀ। ਗਿਣਤੀਆਂ ਗਿਣਦਿਆਂ 1 ਸਾਲ ਬੀਤ ਜਾਣ ਪਿੱਛੋਂ ਬੂੜ ਸਿੰਘ ਨੇ ਇੱਕ ਮੁੰਡਾ ਲੱਭ ਹੀ ਲਿਆ ਜਿਹੜਾ ਪੁਲਿਸ ਵਿੱਚ ASI ਲੈ ਗਿਆ ਸੀ। ਮੁੰਡੇ ਦੀਆਂ 2 ਮੰਗਾਂ ਸਨ। ਪਹਿਲੀ, ਘੱਟ ਤੋਂ ਘੱਟ ਕੁੜੀ 10ਵੀਂ ਪਾਸ ਹੋਵੇ ਤੇ ਦੂਜੀ, ਉਹ ਕੁੜੀ ਅੱਖੀਂ ਵੇਖਣਾ ਚਾਹੁੰਦਾ ਸੀ। ਮੁੰਡੇ ਦੀ ਦੂਜੀ ਮੰਗ ਨੇ ਜ਼ਿਲ੍ਹੇਦਾਰ ਦੀਆਂ ਖਾਨਿਓਂ ਗਵਾ ਦਿੱਤੀਆਂ। ਅਖੀਰ ਇਸ ਗੱਲ ਤੇ ਫੈਸਲਾ ਹੋ ਗਿਆ ਕਿ ਕੁੜੀ ਨੂੰ ਮੁੰਡੇ ਦੇ ਮਾਤਾ ਪਿਤਾ ਜੀ ਵੇਖ ਲੈਣ ਤੇ ਵਿਆਹ ਤੋਂ ਪਹਿਲਾਂ 10ਵੀਂ ਜ਼ਰੂਰ ਕਰਵਾ ਦਿੱਤੀ ਜਾਵੇਗੀ। ਸ਼ਗਨ ਤੋਂ ਪਹਿਲਾਂ ਮੁੰਡੇ ਦੀ ਮਾਂ ਤੇ ਵੱਡੀ ਭੈਣ ਨੇ ਸਤਵੰਤ ਨੂੰ ਪਸੰਦ ਕਰ ਲਿਆ ਤੇ ਰਿਸ਼ਤਾ ਪੱਕਾ ਹੋ ਗਿਆ। ਸਤਵੰਤ ਪੜ੍ਹਨ ਵਿੱਚ ਕਾਫੀ ਹੁਸ਼ਿਆਰ ਸੀ। ਉਸਦਾ ਅਸਰ ਸੋਨੇ ਉੱਤੇ ਸੁਹਾਗੇ ਵਾਂਗ ਜਗਰੂਪ ਉੱਤੇ ਪੈਣਾ ਵੀ ਕੁਦਰਤੀ ਸੀ। ਸਤਵੰਤ ਨੇ 2nd ਡਿਵੀਜ਼ਨ ਵਿੱਚ 10ਵੀਂ ਕਰ ਲਈ। ਬੂੜ ਉਸ ਉੱਤੇ ਬੜਾ ਪ੍ਰਸੰਨ ਸੀ। ਸਤਵੰਤ ਦੇ ਫੇਲ ਹੋ ਜਾਣ ਨਾਲ ਉਸ ਉੱਤੇ ਕਰਾਰੀ ਸੱਟ ਪੈਣੀ ਸੀ। ਇਹ ਵੀ ਸੰਭਵ ਸੀ ਰਿਸ਼ਤਾ ਹੀ ਟੁੱਟ ਜਾਂਦਾ। ਪੱਕੀ ਤਾਰੀਖ ਬੰਨ ਕੇ ਉਹਨਾਂ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਇਨ੍ਹਾਂ ਦਿਨਾਂ ਵਿੱਚ ਹੀ ਬੂੜ ਸਿੰਘ ਨੇ ਭੱਜ ਨੱਠ ਕੇ ਆਪਣਾ ਤਬਾਦਲਾ ਪਿੰਡ ਦੇ ਨੇੜੇ ਫਿਰੋਜ਼ਪੁਰ ਦਾ ਕਰਵਾ ਲਿਆ। ਵਿਆਹ ਕਰਨ ਲਈ ਮਹੀਨੇ ਦੀ ਲੰਮੀ ਛੁੱਟੀ ਲੈ ਕੇ ਨੂਰਪੁਰ ਆ ਗਏ। ਕਾਲੀ ਕਾਲੀ ਦਲਾਨ ਦੇ ਇੱਕ ਹਿੱਸੇ ਵਿੱਚ ਬੈਠਕ ਬਣਾਈ ਗਈ। ਥਾਂ ਪਰ ਥਾਂ ਖਰਚ ਖੁੱਲਦੇ ਵੇਖ ਬੂੜ ਸਿੰਘ ਘਬਰਾ ਗਿਆ। ਉਸ ਕਬੀਲਦਾਰ ਦੇ ਆਉਣ ਵਾਲੇ ਭਾਰਾਂ ਵੱਲੋਂ ਅੱਖਾਂ ਮੀਟ ਕੇ ਖਰਚ ਕੀਤਾ ਸੀ, ਪਰ ਹੁਣ ਖਰਚਾਂ ਦੀਆਂ ਖੱਡਾਂ ਪੂਰਨ ਲਈ ਉਸ ਦੀ ਰੱਤ ਸੁੱਕ ਜਾ ਰਹੀ ਸੀ। ਇੱਕ ਅਟਕਲ ਪੱਚੂ ਹਿਸਾਬ ਨਾਲ ਹੀ ਉਹ ਕੰਬ ਕੇ ਰਹਿ ਗਿਆ ਕਿ ਮੈਂ ਇੰਨੀ ਵੱਡੀ ਰਕਮ ਦੀ ਕੇਵਲ ਸ਼ਰਾਬ ਹੀ ਡਕਾਰ ਗਿਆ ਹਾਂ। ਇਸ ਤੋਂ ਅੱਧੀ ਰਕਮ ਨਾਲ ਹੀ ਉਸਦਾ ਸ਼ਾਹੀ ਠਾਠ ਬਣ ਸਕਦਾ ਸੀ। ਜਵਾਨੀ ਦੇ ਅੰਤ ਤੇ ਬੁਢਾਪੇ ਦੇ ਸ਼ੁਰੂ ਵਿੱਚ ਉਹ ਉਸ ਬੀਤ ਗਏ ਤੇ ਝੂਰਨਾ ਸ਼ੁਰੂ ਕਰ ਦਿੱਤਾ, ਜਿਹਾ ਕਿ ਹਰ ਪੰਜਾਬੀ ਮਹਿਸੂਸ ਕਰਦਾ ਹੈ। ਕਿਉਂਕਿ ਮਾਲਣ ਦੇ ਪਰਿਵਾਰ 'ਚ ਸਤਵੰਤ ਦਾ ਪਹਿਲਾ ਵਿਆਹ ਸੀ, ਜਿਸ ਵਿੱਚ ਨਾਨਕੇ ਮਿਲਣ ਨੂੰ ਸੱਦਣਾ ਵੀ ਜ਼ਰੂਰੀ ਸੀ। ਭਰਾ ਤੇ ਭਰਜਾਈ ਦੀ ਮੌਤ ਪਿੱਛੋਂ ਮਾਲਣ ਲਈ ਪੇਕਾ ਘਰ ਇੱਕ ਤਰ੍ਹਾਂ ਛੁੱਟਿਆ ਹੀ ਰਿਹਾ ਸੀ। ਉਹ ਅੱਜ ਤੋਂ 6 ਸਾਲ ਪਹਿਲਾਂ ਕੇਵਲ ਇੱਕ ਵਾਰ ਚਾਚੇ ਦੀ ਮਕਾਨ ਗਈ ਸੀ ਤੇ ਚਾਚੇ ਦੇ ਪੁੱਤ ਭਰਾ ਇੰਨੇ ਨਰਮੋਹੇ ਹੋ ਗਏ ਸਨ ਕਿ ਇੱਕ ਵਾਰ ਵੀ ਮਿਲ ਨਹੀਂ ਆਏ। ਅਸਲ ਵਿੱਚ ਮਾਲਣ ਦੇ ਪੇਕੇ ਧਨੌਲੇ ਲਾਗੇ ਢਿੱਲਵੀ ਸਨ ਤੇ ਵਾਰਡ ਦੀ ਦੂਰੀ ਮੇਲ ਮਿਲਾਪ ਨੂੰ ਇੱਕ ਤਰ੍ਹਾਂ ਤੋੜੀ ਵਿਛੋੜੀ ਹੀ ਰੱਖਿਆ ਸੀ। ਹੁਣ ਉਸਨੂੰ ਸਤਵੰਤ ਦੇ ਵਿਆਹ ਉੱਤੇ ਲੋਕ ਲੱਜਾ ਦੇ ਮੂੰਹ ਨੂੰ ਨਾਨਕੀ ਸ਼ੱਕ ਪੂਰਨ ਆਉਣਾ ਪੈ ਗਿਆ। ਉਂਝ ਉਹ ਆ ਕੇ ਦਿਲੋਂ ਖੁਸ਼ ਨਹੀਂ ਸਨ। ਮਠਿਆਈਆਂ ਪਕਾਉਣ ਵਾਲੇ ਹਲਵਾਈ ਦੀ ਭੱਠੀ ਚੋਂ ਘਿਓ ਸੜ ਕੇ ਆਲੇ ਦੁਆਲੇ ਨੂੰ ਸੁਗੰਧਿਤ ਕਰ ਰਿਹਾ ਸੀ। ਇਸ ਮਹਿਕ ਵਿੱਚ ਖੰਡ ਦੀ ਚਾਸ਼ਨੀ ਘੁਲੀ ਹੋਈ ਸੀ। ਵਿਹੜੇ ਦੇ ਇੱਕ ਪਾਸੇ ਤਵੀ ਉੱਤੇ ਸ਼ਰੀਕੇ ਵਾਲੀਆਂ ਆਂਢਣਾ ਗੁਆਂਢਣਾ ਮੰਡੇ ਪਕਾਉਂਦੀਆਂ ਲੰਮੀ ਹੇਕ ਦੇ ਗੀਤ ਗਾ ਰਹੀਆਂ ਸਨ। ਧੂਆਂ ਕੁੰਡਲ ਪਾਪਾ ਉੱਚਾ ਉੱਠ ਰਿਹਾ ਸੀ। ਗੀਤ ਦਾ ਭਾਵ ਕੁਝ ਇਸ ਤਰ੍ਹਾਂ ਸੀ: ਤੂੰ ਮੇਰੇ ਸ਼ਾਨਾਂ ਵਾਲਿਆ ਵੇ ਮਾਈਆ, ਵਿਆਹ ਕੇ ਨਿਰਦੋਸ਼ ਨੂੰ ਛੱਡ ਗਿਆ। ਮੇਰੇ ਵਿੱਚ ਕੀ ਔਗਣ ਸੀ ਜੋ ਤੂੰ ਰਸਤੇ ਰੂਪ ਭਰੀ ਨਿਰਦੋਸ਼ ਨੂੰ ਛੱਡ ਗਿਆ। ਤੂੰ ਛੇਤੀ ਤੋਂ ਛੇਤੀ ਘੋੜਾ ਪੀੜ ਕੇ ਆ, ਮਤਾ ਫੁੱਲ ਕਮਲਾ ਜਾਣ ਉਮਰ ਥੋੜੀ, ਮੇਰੇ ਸ਼ਾਨਾਂ ਵਾਲਿਆ ਵੇ ਮਾਈਆ। 14 ਸਾਲਾਂ ਦੀ ਹੁੰਦੜਹੇਲ ਜਗਰੂਪ ਤੋਂ ਸਤਵੰਤ ਦੇ ਵਿਆਹ ਦੀ ਖੁਸ਼ੀ ਚੁੱਕੀ ਨਹੀਂ ਜਾਂਦੀ ਸੀ। ਕਦੀ ਉਹ ਕੱਪੜੇ ਦੀਆਂ ਤਹਿਆਂ ਸਵਾਰਦੀ, ਕਦੇ ਵਿਹੜੇ ਦੀਆਂ ਰੰਗ ਬਰੰਗੀਆਂ ਝੰਡੀਆਂ ਨੂੰ ਠੀਕ ਕਰਦੀ ਤੇ ਕਦੇ ਤਵੀ ਵਾਲੀਆਂ ਜਨਾਨੀਆਂ ਨੂੰ ਹੇਕ ਮੱਠੀ ਪੈਣ ਤੇ ਨਹੋਰਾ ਚਾੜਦੀ। ਗੱਲ ਕੀ, ਉਹ ਸਾਰੇ ਘਰ ਵਿੱਚ ਇੱਕ ਤੋਂ ਪਿੱਛੇ ਦੂਜਾ ਕੰਮ ਹੀ ਨਜਿੱਠਦੀ ਉਰੀ ਵਾਂਗ ਘੁੰਮ ਰਹੀ ਸੀ। ਉਸਨੂੰ ਕੰਮਾਂ ਵਿੱਚ ਲੱਕ ਤੱਕ ਖੁੱਭੀ ਦੇਖ ਕੇ ਮਾਲਣ ਨੇ ਸਤਵੰਤ ਨੂੰ ਜਣਾਇਆ, ਦੇਖ ਲੈ, ਇਸ ਦੇ ਵਿਆਹ ਵਿੱਚ ਇੰਨਾ ਕੰਮ ਕਰਨਾ ਹੋਵੇਗਾ। ਮਾਲਣ ਨੇ ਇੱਕ ਤਰ੍ਹਾਂ ਜਗਰੂਪ ਦੀ ਪ੍ਰਸ਼ੰਸਾ ਵੀ ਕਰ ਦਿੱਤੀ ਸੀ। ਉੱਤਰ ਵਿੱਚ ਸਤਵੰਤ ਤੇ ਜਗਰੂਪ ਦੋਵੇਂ ਸ਼ਰਮਾ ਗਈਆਂ। ਬਾਹਰ ਮਾਮੂਲੀ ਜਿਹਾ ਰੌਲਾ ਪੈ ਗਿਆ। ਕਿਸੇ ਦੱਸਿਆ ਨਾਨਕਾ ਮੇਲ ਆ ਗਿਆ ਏ। ਮਾਲਣ ਅਣਚੱਕੇ ਚਾਵਾਂ ਤੇ ਅਣਮਾਣੀ ਖੁਸ਼ੀ ਨਾਲ ਭਰੀ ਬਾਹਰ ਨਿਕਲੀ। ਚਾਚੇ ਦੇ ਪੁੱਤ ਭਰਾਵਾਂ ਤੇ ਭਰਜਾਈਆਂ ਨੂੰ ਦੇਖ ਕੇ
ਉਸਦੇ ਆ ਮੁਹਾਰੇ ਪਰਲ ਪਰਲ ਹੰਝੂ ਵਗ ਤੁਰੇ। ਰੋਣ ਉਸਦੇ ਅੰਦਰੋਂ ਧਾਹਾਂ ਤੇ ਛੱਲਾ ਮਾਰਦਾ ਉੱਚਾ ਉੱਠ ਰਿਹਾ ਸੀ, ਪਰ ਵਿਆਹ ਉੱਤੇ ਬੇਸਗਣਾ ਹੋ ਜਾਣ ਦੇ ਡਰੋਂ ਉਸ ਵੇਦਨਾ ਨੂੰ ਅੰਦਰੇ ਹੀ ਪੀ ਲਿਆ। ਉਸ ਹੰਝੂਆਂ ਭਰੀਆਂ ਅੱਖਾਂ ਵਿੱਚ ਭਰਾ ਤੇ ਭਰਜਾਈ ਨੂੰ ਤੱਕਿਆ, ਜਿਹੜੇ ਭਾਣਜੀ ਦੇ ਵਿਆਹ ਉੱਤੇ ਬੜੇ ਠਾਠ ਨਾਲ ਆਏ ਸਨ, ਪਰ ਚਾਚੇ ਦੇ ਪੁੱਤ ਭਰਾ ਉਸ ਨੂੰ ਮੱਥਾ ਟੇਕ ਰਹੇ ਸਨ ਤੇ ਭਰਜਾਈਆਂ ਪੈਰੀ ਹੱਥ ਲਾ ਰਹੀਆਂ ਸਨ। ਉਹ ਉਹਨਾਂ ਨੂੰ ਸਦਾ ਸੁਹਾਗਣ, ਬੱਚੇ ਜਿਉਣ ਤੇ ਦਿਲ ਦੇ ਨਰੋਈ ਦੀਆਂ ਅਸੀਸਾਂ ਦੇ ਰਹੀ ਸੀ। ਵਿਹੜੇ ਵਿੱਚ ਆਉਂਦਿਆਂ ਹੀ ਉਸਦੀਆਂ ਭਰਜਾਈਆਂ ਪਹਿਲਾਂ ਜਗਰੂਪ ਨੂੰ ਮਿਲੀਆਂ। ਇੱਕ ਨੇ ਮਹਾਂਦਰਾ ਪਛਾਣਦਿਆਂ ਮਾਲਣ ਤੋਂ ਪੁੱਛਿਆ, ਗੁਲਜ਼ਾਰੇ ਦੀ ਇਹੋ ਹੈ ਨਾ? ਜਗਰੂਪ ਦੇ ਨਕਸ਼ਾਂ ਨੇ ਉਸ ਨੂੰ ਯਕੀਨ ਕਰਵਾ ਦਿੱਤਾ। ਉਸ ਮਾਲਣ ਦਾ ਉੱਤਰ ਉਡੀਕੇ ਬਿਨਾਂ ਕੁੜੀ ਨੂੰ ਬੁੱਕਲ 'ਚ ਲੈ ਲਿਆ ਤੇ ਡੁਸਕਾਰੇ ਭਰ ਪਰ ਰੋਣ ਲੱਗ ਪਈ। ਫਿਰ ਉਸ ਤੋਂ ਦੂਜੀ ਨੇ ਜਗਰੂਪ ਨੂੰ ਬਾਹਾਂ 'ਚ ਲੈ ਲਿਆ ਤੇ ਰੂਪ ਦੇ ਸਦਕੇ ਵਾਰੀ ਜਾਂਦਿਆਂ ਰੋ ਪਈ। ਮਾਲਣ ਦੇ ਚਾਚੇ ਦੇ ਪੁੱਤ ਭਰਾ ਵੀ ਕੁੜੀ ਨੂੰ ਗਲਵੱਕੜੀ ਵਿੱਚ ਲੈ ਕੇ ਪਿਆਰ ਦੇਣੋਂ ਨਾ ਰਹਿ ਸਕੇ। ਹਾਲਾਤ ਕੁਝ ਇਸ ਤਰ੍ਹਾਂ ਦਰਦ ਭਰ ਆਏ ਕਿ ਹਰ ਵੇਖਣ ਵਾਲੇ ਦੀਆਂ ਅੱਖੀਆਂ ਗਿੱਲੀਆਂ ਹੋ ਗਈਆਂ। ਨਾਨਕੇ ਮੇਲ ਤੋਂ ਬਿਨਾਂ ਹੈਰਾਨੀ ਨੇ ਸਾਰਿਆਂ ਦੀ ਖਾਨਿਓਂ ਗਵਾ ਦਿੱਤੀਆਂ। ਭੈਣ ਹੋਵੇ ਤਾਂ ਤੇਰੇ ਵਰਗੀ ਹੋਵੇ, ਜਿਹਨੇ ਜਫਰ ਜਾਲ ਕੇ ਭਰਾ ਦੇ ਨਾਂ ਨੂੰ ਪਾਲਿਆ, ਮਾਲਣ ਦੇ ਇੱਕ ਭਰਾ ਨੇ ਪ੍ਰਸ਼ੰਸਾ ਵਜੋਂ ਆਖਿਆ। ਡੌਰ ਭੌਰ ਮਾਲਣ ਨੂੰ ਕਿਸੇ ਨਹੀਂ ਸੀ ਵੇਖਿਆ, ਪਰ ਬੂੜ ਦੀਆਂ ਪਾੜ ਖਾਣੀਆਂ ਅੱਖਾਂ ਤੋਂ ਉਂਧਾ ਜੰਗਾਲਿਆ ਤਰਸ਼ੂਲ ਇੱਕ ਵਾਰ ਫਿਰ ਉੱਭਰ ਆਇਆ ਸੀ। ਮਾਲਣ, ਜਿਹੜੀ ਸਿਦਕ, ਭਰੋਸੇ ਤੇ ਮਿਹਨਤ ਨਾਲ ਆਪਣੇ ਤੇ ਬੇਗਾਨਿਆਂ ਦੀਆਂ ਸੱਟਾਂ ਖਾ ਲੋਹਾ ਬਣ ਗਈ ਸੀ, ਬੂੜ ਦੀਆਂ ਲਾਲ ਸੂਈਆਂ ਪੱਠੀਆਂ ਵਿੱਚ ਇੱਕਦਮ ਪਿਘਲ ਗਈ। ਮਾਲਣ ਨੇ ਇੱਕ ਪਲ ਲਈ ਬੂੜ ਨਾਲ ਅੱਖਾਂ ਮਿਲਾਈਆਂ। ਉਹ ਕੰਬੇ ਬਿਨਾਂ ਨਾ ਰਹਿ ਸਕੀ। ਜਗਰੂਪ ਆਪਣੀ ਥਾਂ ਰੋਣ ਹਾਕੀ ਹੋਈ ਪਈ ਸੀ। ਇੱਕ ਪਿੱਛੋਂ ਦੂਜੀ ਬੁੱਕਲ ਵਿੱਚ ਜਾਂਦਿਆਂ ਉਸਦਾ ਦਮ ਘੁੱਟ ਗਿਆ ਸੀ। ਉਸਦਾ ਚੱਲਦਾ ਲਹੂ, ਧੜਕਦਾ ਦਿਲ ਤੇ ਮਹਿਸੂਸ ਕਰਦਾ ਦਿਮਾਗ ਅਟਲ ਹੋ ਕੇ ਰਹਿ ਗਏ ਸਨ। ਸਭ ਤੋਂ ਵੱਡੀ ਸੱਟ ਜਿਸ ਉੱਤੇ ਦਿਮਾਗ ਨੂੰ ਬੌਰਾ ਕਰ ਛੁੱਟਿਆ ਸੀ, ਇਸ ਘਰ ਵਿੱਚ ਪਰਾਈ ਧੀ ਹੋਣ ਦਾ ਅਹਿਸਾਸ ਸੀ। ਉਸ ਮੇਲਣ ਦੀ ਆਖੀ ਗੱਲ ਸੁਣ ਲਈ ਸੀ, ਜਿਸ ਨੂੰ ਅੱਜ ਤੱਕ ਆਪਣੀ ਬੇਜੀ ਸਮਝਦੀ ਆਈ। ਉਹ ਇੱਕਦਮ ਭੂਆ ਕਿਵੇਂ ਬਣ ਗਈ? ਉਸਦੀਆਂ ਮਾਸੂਮ ਤੇ ਖੁਸ਼ਕ ਅੱਖਾਂ ਵਿੱਚ ਹੈਰਾਨੀ ਦਾ ਝੱਖੜ ਇੰਨਾ ਤੇਜ਼ ਸੀ ਕਿ ਮਾਂ, ਬਾਪ ਤੇ ਭੈਣਾਂ ਭਰਾਵਾਂ ਦੇ ਚਿਹਰੇ ਧੁੰਦਲੇ ਪੈ ਕੇ ਨਵੇਂ ਰੂਪ ਧਾਰ ਗਏ ਸਨ। ਜਨਮ ਤੋਂ ਲੈ ਕੇ 14 ਸਾਲ ਦੀ ਉਮਰ ਤੱਕ ਜੋ ਦੇਖਿਆ, ਸਮਝਿਆ ਤੇ ਮਹਿਸੂਸ ਕੀਤਾ, ਖੇਡਣ, ਮੱਲਣ ਤੇ ਪਿਆਰ ਕਰਨ ਦੇ ਸਬੰਧ ਇੱਕ ਮਾਮੂਲੀ ਮਿਲਣੀ ਵਿੱਚ ਸਭ ਗਲਤ ਹੋ ਗਏ। ਇਉਂ ਜਾਪਦਾ ਸੀ ਜਗਰੂਪ ਦੇ ਮੂੰਹ ਨੂੰ ਅਨੇਕਾਂ ਝੜਾਂ ਵਾਲਾ ਜਿੰਦਰਾ ਲੱਗ ਗਿਆ ਏ, ਜਿਸ ਨੂੰ ਖੋਲਣ ਵਾਲੀ ਚਾਬੀ ਖਾਰੇ ਸਮੁੰਦਰ ਵਿੱਚ ਜਾ ਪਈ ਹੈ। ਪਿਆਰ ਕਰਨ ਵਾਲੇ ਉਸ ਨੂੰ ਜਮਦੂਤ ਦਿਸਦੇ ਸਨ। ਘਰ ਭੌਂ ਰਿਹਾ ਸੀ ਅਤੇ ਪੱਕੀ ਸਵਾਦ ਦੀ ਛੱਤ ਹਰ ਪਲ ਨੀਵੀਂ ਹੁੰਦੀ ਜਾ ਰਹੀ ਸੀ। ਉਹ ਫੁੱਟ ਕੇ ਰੋਣਾ ਚਾਹੁੰਦੀ ਸੀ, ਪਰ ਉਸਦੇ ਖੁਸ਼ਕ ਗਲੇ ਵਿੱਚ ਕੰਡੇ ਉੱਗ ਆਏ ਸਨ। ਉਹ ਚੀਕ ਮਾਰ ਕੇ ਬੇਹੋਸ਼ ਹੋਣ ਹੀ ਵਾਲੀ ਸੀ ਕਿ ਮੱਲੋ ਮੱਲੀ ਖੇੜਾ ਛਡਾ ਕੇ ਅਗਲੇ ਅੰਦਰ ਨੱਸ ਗਈ ਤੇ ਜਾਂਦੀ ਹੀ ਪਲੰਗ ਉੱਤੇ ਡਿੱਗ ਪਈ। ਆਉਣ ਵਾਲੇ ਮੇਲ ਨੇ ਰੂਪ ਦੀ ਮਾਨਸਿਕਤਾ ਨੂੰ ਨਹੀਂ ਸਮਝਿਆ ਸੀ। ਇਉਂ ਭਾਸਦਾ ਸੀ ਜਿਵੇਂ ਰੂਪ ਦੇ ਹੱਥ ਪੈਰ ਹਿੱਲਣੋਂ ਰਹਿ ਗਏ ਹਨ। ਉਸਦੀਆਂ ਪਾਟੀਆਂ ਅੱਖਾਂ ਗੇੜਾ ਖਾ ਕੇ ਡਿੱਗਦੀ ਛੱਤ ਨੂੰ ਦੇਖ ਰਹੀਆਂ ਸਨ, ਪਰ ਉਸਦੇ ਅੰਦਰੋਂ ਚੀਕ ਨਹੀਂ ਨਿਕਲਦੀ ਸੀ। ਉਸਦਾ ਅੰਗ ਨਿੱਸਲ ਤੇ ਬੇਸੁਰਤ ਹੋਇਆ ਪਿਆ ਸੀ। ਮਾਲਣ ਨੇ ਜਗਰੂਪ ਦੀ ਕਿਰਦੀ ਹਾਲਤ ਨੂੰ ਪਛਾਣ ਲਿਆ ਸੀ। ਉਸ ਬੜੀ ਛੇਤੀ ਸਾਵਧਾਨ ਹੁੰਦਿਆਂ ਅਤੇ ਬੂੜ ਦੇ ਗੁਸੈਲੇ ਚਿਹਰੇ ਦੀ ਪਰਵਾਹ ਕਰੇ ਬਿਨਾਂ ਕੁੜੀ ਦੀ ਸੁਰਤ ਲੈਣੀ ਆਪਣਾ ਪਹਿਲਾ ਧਰਮ ਸਮਝਿਆ। ਉਹ ਆਏ ਮੇਲ ਦੀ ਸੇਵਾ 'ਚ ਮੈਰੀ ਦੇ ਕੰਨ ਖਿੱਚ ਕੇ ਆਪ ਅੰਦਰ ਚਲੀ ਗਈ। ਉਸ ਜਾਂਦਿਆਂ ਹੀ ਅਹਿਲ ਰੂਪ ਨੂੰ ਬਾਹਾਂ 'ਚ ਲੈਂਦਿਆਂ ਪਿਆਰ ਭਰੇ ਜਜ਼ਬੇ ਨਾਲ ਪੁਕਾਰਿਆ, ਤੂੰ ਧੀ ਰਾਣੀਏ, ਕਿਸੇ ਤਰ੍ਹਾਂ ਦਾ ਵੀ ਭੁਰਾ ਖਿਆਲ ਨਾ ਕਰੀ। ਮੈਂ ਤੇਰੇ ਲਈ ਪਹਾੜ ਪੁੱਟ ਦਿਆਂਗੀ। ਤੂੰ ਸਾਰੀਆਂ ਚੰਦਰੀਆਂ ਗੱਲਾਂ ਅਣਸੁਣੀਆਂ ਕਰ ਦੇ। ਭਾਵੇਂ ਮਾਲਣ ਸੱਚੇ ਦਿਲੋਂ ਮੋਹ ਪਿਆਰ ਨਾਲ ਜਗਰੂਪ ਨੂੰ ਤਸੱਲੀ ਦੇ ਰਹੀ ਸੀ, ਪਰ ਉਸਦਾ ਅੰਦਰ ਇੱਕ ਡਰ ਨਾਲ ਕੰਬੀ ਜਾ ਰਿਹਾ ਸੀ ਕਿ ਮੈਂ ਧੀ ਨੂੰ ਗਲਤ ਉੱਤੇ ਭਰੋਸਾ ਕਰਨ ਲਈ ਕਹਿ ਰਹੀ ਹਾਂ, ਜਿਹੜਾ ਭਰੇ ਵਿਆਹ ਵਿੱਚ ਝੂਠ ਸਾਬਤ ਹੋ ਚੁੱਕਾ ਏ। ਉਸਨੂੰ ਇਸ ਵਾਪਰੀ ਘਟਨਾ ਤੇ ਪੁੱਜ ਕੇ ਗੁੱਸਾ ਸੀ। ਹੁਣ ਉਹ ਖਿਝ ਰਹੀ ਸੀ, ਇਦੋਂ ਤਾਂ ਪੇਕੇ ਆਏ ਹੀ ਨਾ ਹੁੰਦੇ। ਉਹ ਚੁੱਪ ਪਰ ਇੱਕ ਟੱਕ ਵੇਖੀ ਜਾ ਰਹੀ ਜਗਰੂਪ ਨੂੰ ਮੁੜ ਹਲੂਣਨਾ ਸ਼ੁਰੂ ਕੀਤਾ। ਜੱਗੋ, ਤੂੰ ਬੋਲਦੀ ਕਿਉਂ ਨਹੀਂ? ਮੇਰੇ ਨਾਲ ਵੀ ਨਹੀਂ ਬੋਲਣਾ? ਮਾਲਣ ਦੀਆਂ ਜਗਰੂਪ ਨੂੰ ਘੁੱਟਦਿਆਂ ਅੱਖਾਂ ਭਰ ਆਈਆਂ। ਜੱਗੋ, ਤੂੰ ਨਹੀਂ ਜਾਣਦੀ,
ਤੈਨੂੰ ਪਾਲਣ ਵਿੱਚ ਕਿੰਨੇ ਦੁੱਖ ਸਹਾਰੇ ਹਨ, ਪਰ ਤੂੰ ਭਾਗਾਂ ਵਾਲਾ ਜੀ ਏ। ਮਾਲਣ ਨੂੰ ਰੋਂਦਿਆਂ ਵੇਖ ਜਗਰੂਪ ਦੀਆਂ ਇੱਕਦਮ ਭੁੱਬਾਂ ਨਿਕਲ ਗਈਆਂ ਤੇ ਉਹ ਟੁੱਟਦੇ ਸ਼ਬਦਾਂ ਵਿੱਚ ਆਖਿਆ, ਤੂੰ ਬੇਜੀ ਮੈਨੂੰ ਮਾਰ ਕਿਉਂ ਨਾ ਦਿੱਤਾ? ਕੋਈ ਜੀ ਮਰਨ ਵਾਸਤੇ ਥੋੜੋ ਜੰਮਦਾ ਏ, ਆਪਣੇ ਕਰਮ ਖਾਣੇ ਹੁੰਦੇ ਐ। ਫਿਰ ਮਾਲਣ ਨੇ ਅੰਦਰ ਆਈਆਂ ਜਨਾਨੀਆਂ ਨੂੰ ਵੇਖ ਕੇ ਆਖਿਆ, ਦੇਖ ਰੋ ਨਾ, ਵਿਆਹ 'ਚ ਬੇਸ਼ਗਨਾ ਨਹੀਂ ਕਰੀਦਾ। ਲੋਕ ਕੀ ਆਖਣਗੇ, ਭੈਣ ਦੇ ਵਿਆਹ 'ਚ ਰੋਂਦੀ ਐ। ਇਹ ਜਗਰੂਪ ਨੂੰ ਇੱਕ ਤਰ੍ਹਾਂ ਦੀ ਧਮਕੀ ਵੀ ਸੀ। ਹੋਰ ਜਨਾਨੀਆਂ ਨੇ ਵੀ ਉਸਨੂੰ ਰੋਣੋਂ ਵਰਜਿਆ। ਜਗਰੂਪ ਖੁੱਲ ਕੇ ਰੋ ਵੀ ਨਾ ਸਕੀ। ਲੰਮੇ ਹੌਂਕਿਆਂ ਪਿੱਛੋਂ ਉਹ ਆਪਣਾ ਆਪ ਸੰਭਾਲ ਲਿਆ। ਇੱਕ ਗਵੰਡਣ ਨੇ ਦੂਜੀ ਦੇ ਕੰਨ ਵਿੱਚ ਮੂੰਹ ਦਿੰਦਿਆਂ ਕਿਹਾ, ਮਾਲਣ ਕਿੰਨੀ ਪੱਥਰ ਏ, ਭਰਾ ਦੀ ਧੀ ਪਾਲਦਿਆਂ ਚੂਕ ਨਹੀਂ ਨਿਕਲਣ ਦਿੱਤੀ। ਹੁਣ ਤਾਂ ਹੀ ਸਾਰੇ ਇਸ ਦੀ ਆਪਣੀ ਧੀ ਹੀ ਸਮਝਦੇ ਰਹੇ। ਨਹੀਂ, ਪਰ ਉਹਨਾਂ ਦਿਨਾਂ ਵਿੱਚ ਕੂੜੇ ਦਾ ਟੋਕਰਾ ਚੁੱਕਣਾ ਵੀ ਇਸ ਦਾ ਵੀ ਜੇਰਾ ਸੀ। ਪਰ ਉਹਨਾਂ ਦਿਨਾਂ ਵਿੱਚ ਕੂੜੇ ਦਾ ਟੋਕਰਾ ਚੁੱਕਣਾ ਵੀ ਇਸ ਦਾ ਹੀ ਜੇਰਾ ਸੀ। ਹਮਾਂ ਤੋਮਾਂ ਇਹ ਕਦੇ ਨਾ ਕਰ ਸਕਦੀਆਂ। ਦੂਜੀ ਨੇ ਥੋੜਾ ਪ੍ਰਸ਼ੰਸਾ ਭਾਵ ਨਾਲ ਉੱਤਰ ਦਿੱਤਾ। ਸਾਰੇ ਵਿਆਹ 'ਚ ਰੂਪ ਨੂੰ ਇਹ ਘਟਨਾ ਗੱਲਾਂ ਕਰਨ ਦਾ ਦਿਲਚਸਪ ਵਿਸ਼ਾ ਬਣੀ ਰਹੀ। ਖਾਸ ਕਰ ਜਨਾਨੀਆਂ ਨੂੰ ਇਹ ਗੱਲ ਮਸੀਂ ਮਿਲੀ ਸੀ। ਬੂੜ ਆਪਣੀ ਥਾਂ ਗੁੱਸੇ ਵਿੱਚ ਆਫਰਿਆ ਹੋਇਆ ਸੀ ਅਤੇ ਮਾਲਣ ਉੱਤੇ ਦਿਲ ਦਾ ਗੁਬਾਰ ਕੱਢਣਾ ਚਾਹੁੰਦਾ ਸੀ, ਪਰ ਵਿਆਹ ਦੀ ਰੌਣਕ ਵਿੱਚ ਮਾਲਣ ਨੇ ਉਸਨੂੰ ਕੋਈ ਮੌਕਾ ਨਾ ਦਿੱਤਾ। ਉਹ ਚਾਹੁੰਦੀ ਸੀ ਵਿਆਹ ਦੇ ਦਿਨ ਕਿਵੇਂ ਨਾ ਕਿਵੇਂ ਬੀਤ ਜਾਣ, ਫਿਰ ਗੁੱਸਾ ਮੱਠਾ ਪੈ ਜਾਵੇਗਾ। ਉਸਨੂੰ ਜਾਤੀ ਹੋਣੀਆਂ ਨੇ ਸਿਖਾ ਦਿੱਤਾ ਸੀ ਕਿ ਮਰਦ ਤੇ ਪੈਂਦੀ ਸੱਟ ਗੁੱਸੇ ਤੋਂ ਆਪਾ ਬਚਾ ਲਿਆ ਜਾਵੇ। ਫਿਰ ਵਾਰ ਕਮਜ਼ੋਰ ਪੈ ਜਾਂਦਾ ਹੈ ਤੇ ਕੁਝ ਆਪਾ ਵੀ ਸਹਿਨਸ਼ੀਲ ਹੋ ਜਾਂਦਾ ਹੈ। ਜਗਰੂਪ ਸਾਰਿਆਂ ਦੀਆਂ ਅੱਖ ਬਚਾ ਕੇ ਬਾਹਰ ਨਿਕਲ ਗਈ। ਭੈਣ ਦੇ ਵਿਆਹ ਦੀ ਖੁਸ਼ੀ, ਜਿਹੜੀ ਥੋੜਾ ਸਮਾਂ ਪਹਿਲਾਂ ਉਸਨੂੰ ਤਿਤਲੀ ਵਾਂਗ ਉਡਾਈ ਫਿਰਦੀ ਸੀ, ਪੱਥਰ ਭਾਰ ਬਣ ਗਈ। ਉਸਨੂੰ ਆਪਣਾ ਆਪ ਗੱਡੇ ਦੇ ਪਹੀਏ ਹੇਠ ਆ ਗਿਆ ਪ੍ਰਤੀਤ ਹੁੰਦਾ ਸੀ। ਉਹ ਸਦੀਆਂ ਪੁਰਾਣੇ ਨਵੇਕਲੇ ਟੁੱਟੇ ਫੁੱਟੇ ਤਲਾਅ ਦੀਆਂ ਪੌੜੀਆਂ ਉੱਤੇ ਆ ਕੇ ਡਿੱਗ ਪਈ। ਇਸ ਤਲਾਅ ਦਾ ਮਿੱਠਾ ਪਾਣੀ ਕਦੇ ਮਨੁੱਖੀ ਜ਼ਿੰਦਗੀ ਦੀ ਪਿਆਸ ਬੁਝਾਇਆ ਕਰਦਾ ਸੀ, ਪਰ ਹੁਣ ਪਾਸਿਓਂ ਢਹਿ ਕੇ ਪਸ਼ੂਆਂ ਲਈ ਛੱਪੜ ਬਣ ਗਿਆ ਸੀ। ਇਸ ਦੀ ਇੱਕ ਪਾਹੀ ਹੀ ਕਸੂਤੀ ਰਹਿ ਗਈ ਸੀ, ਜਿਸ ਦੀ ਹੇਠਲੀ ਪੌੜੀ ਤੇ ਬੈਠੀ ਭੋਲੀ ਤੇ ਅਣਜਾਣ ਜਗਰੂਪ ਆਪਣਾ ਆਪ ਖੋ ਰਹੀ ਸੀ। ਹਾੜ ਦੇ ਧੁੱਪ ਸੇਕ ਨੇ ਤਲਾਅ ਦੀ ਅੰਤਲੀ ਬੂੰਦ ਵੀ ਚੂਸ ਲਈ ਸੀ। ਲੋਹੜੇ ਦੀ ਖੁਸ਼ਕੀ ਕਾਰਨ ਉਸਦੀ ਤਹਿਤ ਵਿੱਚ ਦਰਾੜਾਂ ਪੈ ਗਈਆਂ ਸਨ। ਜਗਰੂਪ ਦੀਆਂ ਰੋਂਦੀਆਂ ਅੱਖਾਂ ਨੂੰ ਦਰਾੜਾਂ ਇੱਕ ਦੂਜੇ ਨਾਲ ਘੁਲਦੇ ਕਾਲੇ ਨਾਗ ਪ੍ਰਤੀਤ ਹੋ ਰਹੇ ਸਨ। ਦੱਖਣ ਵੱਲੋਂ ਇੱਕ ਖੁਸ਼ਕੀ ਮਾਰਿਆ ਤੱਤਾ ਬੁੱਲਾ ਆਇਆ, ਜਿਹੜਾ ਤਲਾਅ ਦੇ ਘੇਰ ਵਿੱਚ ਪੈ ਕੇ ਡੁੱਬ ਗਿਆ। ਜਾਪਦਾ ਇਉਂ ਸੀ ਜਿਵੇਂ ਰੋਂਦੀ ਜਗਰੂਪ ਦੀ ਹਮਦਰਦੀ ਵਿੱਚ ਤਲਾਅ ਨੇ ਹੌਂਕਾ ਮਾਰਿਆ ਹੋਵੇ। ਬੁੱਢਾ ਤਲਾਅ ਰੋਂਦੀ ਜਗਰੂਪ ਦੀ ਧੀਰ ਬਣਾਉਂਦਾ ਪ੍ਰਤੀਤ ਹੋ ਰਿਹਾ ਸੀ। ਤੂੰ ਪਹਿਲੀ ਧੀ ਨਹੀਂ ਜਿਹੜੀ ਇੱਥੇ ਰੋਣ ਆਈ ਏ। ਮੇਰੀ ਛਾਤੀ 'ਚ ਹਜ਼ਾਰਾਂ ਕਟਾਵੱਢ ਜ਼ਖਮ ਹਨ, ਜਿਹੜੇ ਇਤਿਹਾਸ ਤੋਂ ਗਿਣੇ ਵੀ ਨਹੀਂ ਗਏ। ਫਿਰ ਵੀ ਮੇਰੀ ਇੱਕ ਇੱਕ ਉਖੜੀ ਇੱਟ ਵਿੱਚ ਹਜ਼ਾਰਾਂ ਦਿਲ, ਲੱਖਾਂ ਦਰਦ ਭਰੀਆਂ ਕਹਾਣੀਆਂ ਸਾਂਭੀ ਧੜਕ ਰਹੇ ਹਨ। ਆਸਾਂ ਦੇ ਮੁਰਾਦਾਂ ਚੁੱਕੀ ਸਤਰੰਗਾ ਸਾਵਣ ਆਵੇਗਾ, ਇਹ ਨੀਲੇ ਜ਼ਖਮ ਸੂਹੇ ਗੁਲਾਬ ਬਣ ਜਾਣਗੇ। ਤੂੰ ਰੋਣਾ ਮੇਰੀਏ ਬਚੜੀਏ, ਜ਼ਿੰਦਗੀ ਨੂੰ ਨਿਰਾ ਰੋਣਾ ਹੀ ਸਿਖਾਉਂਦਾ ਨਹੀਂ। ਪੱਟਾਂ ਵਿੱਚ ਕੂਣੀਆਂ ਖੋਭੀ ਅਤੇ ਹੱਥਾਂ ਵਿੱਚ ਰੋਇਆ ਚਿਹਰਾ ਫੜੀ, ਜਗਰੂਪ ਗਿੱਲੀਆਂ ਅੱਖਾਂ ਨਾਲ ਤਲਾਅ ਤੋਂ ਪਾਰ ਅਣਚਾਹੇ ਵਾਹਣਾਂ ਵਿੱਚ ਸੁੱਕ ਰਹੇ, ਪਰ ਬੱਦਲਾਂ ਦੀ ਆਸ ਵਿੱਚ ਅੰਤਲਾ ਸਹਿ ਲੈ ਰਹੇ ਘਾਹ ਨੂੰ ਵੇਖ ਰਹੀ ਸੀ। ਬੜਿਆਂ ਤੇ ਕਰੀਰਾਂ ਵਿੱਚ ਹਰਿਆਲੀ ਨਿਰਜਿੰਦ ਹੋ ਕੇ ਰਹਿ ਗਈ ਸੀ। ਉਦਾਸ ਤੇ ਮੋਈ ਸ਼ਾਮ ਡੂੰਘੀ ਪੈਂਦੀ ਜਾ ਰਹੀ ਸੀ। ਉਹ ਦੇਖ ਕੁਝ ਨਹੀਂ ਰਹੀ ਸੀ, ਪਰ ਸੋਚ ਜਨਮ ਤੋਂ ਲੈ ਕੇ ਮਰਨ ਤੱਕ ਰਹੀ ਸੀ। ਜੇ ਤੂੰ ਹੀ ਭਰਿਆ ਹੁੰਦਾ ਮੈਂ ਛਾਲ ਮਾਰ ਦਿੰਦੀ, ਇਹ ਕਹਿ ਕੇ ਉਹ ਇੱਕ ਪਲ ਹੌਲੀ ਹੋ ਗਈ। ਪਰ ਮਰਨ ਦਾ ਖਿਆਲ ਹੋਰ ਉੱਭਰ ਆਇਆ। ਮਰਿਆਂ ਤਾਂ ਖੂਹ ਵਿੱਚ ਛਾਲ ਮਾਰ ਕੇ ਵੀ ਜਾ ਸਕਦਾ ਹੈ। ਉਹ ਇੱਕਦਮ ਝੰਜੋੜੀ ਗਈ। ਮੈਂ ਮਾਂ ਪਿਓ ਬਾਹਰੀ ਕਿਵੇਂ ਜੀਆਂਗੀ? ਉਹ ਖੂਹ ਵਿੱਚ ਛਾਲ ਮਾਰਨ ਦਾ ਇਰਾਦਾ ਧਾਰ ਕੇ ਤਲਾਅ ਚੋਂ ਬਾਹਰ ਆ ਗਈ। ਫਿਰ ਉਹ ਰੁੱਖੇ ਵਾਹਣਾਂ ਦੀ ਰੋਹੀ ਵਾਲੇ ਖੂਹ ਨੂੰ ਤੁਰ ਪਈ, ਜਿਹੜਾ ਮਾਘ ਦੀ ਸੰਗਰਾਂਦ ਨੂੰ ਹਰ ਸਾਲ ਪੂਜਿਆ ਜਾਂਦਾ ਸੀ। ਇੱਕ ਗੋਲਾ ਚੱਕਣ ਦੀ ਭਾਰੀ ਆਵਾਜ਼ ਨਾਲ ਵਾਜਾ ਵੱਜਣਾ ਸ਼ੁਰੂ ਹੋ ਗਿਆ। ਜਗਰੂਪ ਇੱਕਦਮ ਖਲੋ ਗਈ। ਸੂਰਜ ਕਦੋਂ ਦਾ ਛੁਪ ਚੁੱਕਾ ਸੀ। ਉਸਨੂੰ ਖਿਆਲ ਆਇਆ, ਬੇਜੀ ਕੀ ਕਹੇਗੀ? ਮੈਂ ਮਰਨਾ ਵੀ ਸਤਵੰਤ ਦੀ ਵਿਆਹ ਤੇ ਹੀ ਸੀ। ਇਹ ਬੇਸ਼ਗਣਾ ਉਸਨੂੰ ਇੱਕ ਪਲ ਪਾਪ ਜਾਪਿਆ। ਮੈਂ ਬੇਜੀ ਅੱਜ ਮਰ ਕੇ ਤੈਨੂੰ ਜ਼ਿੰਦਗੀ ਪਰ ਬੇਸ਼ਗਣੇ ਦੀ ਔਖ ਨਹੀਂ ਦੇਵਾਂਗੀ। ਉਹ ਮਰਨਾ ਕਿਸੇ ਹੋਰ ਦਿਨ ਤੇ ਪਾ ਕੇ ਘਰ ਨੂੰ ਤੁਰ ਪਈ। ਉਸਨੂੰ ਰਾਹ 'ਚ ਖਿਆਲ ਆਇਆ, ਬੇਜੀ ਆਖਦੀ ਸੀ, ਕੋਈ ਮਰਨ ਲਈ ਨਹੀਂ ਜੰਮਦਾ, ਆਪਣੇ ਕਰਮ ਖਾਣ ਆਉਂਦਾ ਹੈ। ਮੇਰੇ ਕਰਮ ਖਾਣ ਆਉਂਦਾ ਹੈ। ਮੇਰੇ ਕਰਮ ਇੰਨੇ ਮਾੜੇ।
ਉਸ ਦੀ ਸੋਚ ਵਿੱਚ ਇੰਨਾ ਕੁਝ ਆਇਆ ਕਿ ਉਹ ਆਪੂ ਵੀ ਯਾਦ ਨਾ ਰੱਖ ਸਕੀ। ਘਰ ਆ ਕੇ ਉਹ ਬੇਜੀ ਨੂੰ ਲੱਭ ਕੇ ਮੁੜ ਫਿਸ ਪਈ। ਮਾਲਣ ਨੇ ਉਸ ਨੂੰ ਨਵੇਕੜੇ ਲਿਜਾ ਕੇ ਅਨੇਕਾਂ ਸਮਝੌਤਿਆਂ ਨਾਲ ਵਰਾਇਆ। ਉਹ ਬੇਜੀ ਨੂੰ ਕਹਿਣਾ ਚਾਹੁੰਦੀ ਸੀ, ਮੈਂ ਤੇਰੀ ਖਾਤਰ ਮਰਨਾ ਹੋਰ ਦਿਨ ਤੇ ਪਾ ਆਈ ਹਾਂ। ਹੌਲੀ ਹੌਲੀ ਉਸ ਹਾਲਾਤ ਨਾਲ ਢਲਣ ਲਈ ਮਜਬੂਰ ਹੋ ਗਈ। ਇੱਕ ਦਿਨ ਹੋਰ ਲੰਘ ਜਾਣ ਪਿੱਛੋਂ ਉਸ ਦਾ ਮਨ ਇੰਨਾ ਕੁ ਸੰਭਲ ਗਿਆ ਕਿ ਉਹ ਨਾਨਕਿਆਂ ਤੋਂ ਆਪਣੇ ਮਾਂ-ਬਾਪ ਬਾਰੇ ਗੱਲਾਂ ਪੁੱਛਣ ਲੱਗ ਪਈ। ਸਾਰੇ ਵਿਆਹ ਵਿੱਚ ਕਿਸੇ ਨੇ ਉਸ ਦੀਆਂ ਅੱਖਾਂ ਸੁੱਕੀਆਂ ਨਹੀਂ ਵੇਖੀਆਂ ਸਨ। ਬੂੜ ਸਿੰਘ ਅਤੇ ਸਤਵੰਤ ਨੂੰ ਉਸ ਦਾ ਰੋਣਾ ਚੁਭਦਾ ਰਿਹਾ ਸੀ, ਪਰ ਦੋਵੇਂ ਕੁਝ ਆਖ ਵੀ ਨਾ ਸਕੇ। ਇੱਕ ਦਿਨ ਉਹ ਇੰਨੀ ਮਾਸੂਮ ਹੋ ਗਈ ਕਿ ਬਾਕੀ ਸਾਰਿਆਂ ਦੀ ਉਸ ਨਾਲ ਹਮਦਰਦੀ ਵੱਧ ਗਈ। 2 ਦਿਨ ਬਰਾਤੀਆਂ ਨੇ ਧਰਮਸ਼ਾਲਾ ਅਤੇ ਪਿੰਡ ਦੀਆਂ ਗਲੀਆਂ 'ਚ ਰੰਗ ਬੰਨ੍ਹੀ ਰੱਖਿਆ। ਪੜ੍ਹਾਈ ਵੱਲੋਂ ਕਚਲੱਭ ਹੋਏ ਸੂਟੜ ਬੂਟੜ ਨੌਜਵਾਨਾਂ ਨੇ ਸ਼ਰਾਬ ਪੀ ਕੇ ਗਲਤ ਅੰਗਰੇਜ਼ੀ ਨੂੰ ਬੇਲਗਾਮ ਵਾਹਿਆ। ਪਿੰਡ ਦੇ ਲੋਕਾਂ ਬਰਾਤੀਆਂ ਨਾਲ ਮਰਾਸੀਆਂ ਦੀਆਂ ਹਾਸ ਰਸ ਨਕਲਾਂ ਵੇਖੀਆਂ। ਵਿਆਹ ਦੇ ਇਹ 2 ਦਿਨ ਲੋਟਣ ਕਬੂਤਰ ਵਾਂਗ ਪਟਕਾਰੀਆਂ ਮਾਰਦੇ ਬੀਤ ਗਏ। ਵਿਆਹ ਲੋੜੀਂਦੀ ਸੱਜ ਧੱਜ ਨਾਲ ਹੋ ਗਿਆ। ਨਾਨਕਾ ਮੇਲ ਤੇ ਹੋਰ ਰਿਸ਼ਤੇਦਾਰ ਨਿਆਉਂਦਾ ਪਾ ਆਪਣੀਆਂ ਭਾਜੀਆਂ ਤਲਵਾ ਕੇ ਤੁਰ ਗਏ ਸਨ। ਮਾਲਣ ਅਤੇ ਬੂੜੇ ਨੇ ਜਵਾਨ ਧੀ ਨੂੰ ਤੋਰ ਕੇ ਫਰਜ਼ ਲਾ ਦਿੱਤਾ ਸੀ। ਵਿਆਹ ਨਿਰਵਿਘਨ ਹੀ ਪੂਰਾ ਹੋਇਆ ਸੀ। ਕੇਵਲ ਵਿਆਹਦੜ ਦੇ ਮਾਮੂਲੀ ਨੱਕ-ਬੁੱਲ ਮਾਰੇ ਸਨ ਕਿ ਮੇਰੇ ਅਫਸਰ ਦੋਸਤਾਂ ਲਈ ਵੱਖਰਾ ਇੰਤਜ਼ਾਮ ਨਹੀਂ ਕੀਤਾ ਸੀ। ਬੂੜ ਸਿੰਘ ਸਮਝਦਾ ਸੀ ਅਜਿਹੀ ਨਹੁੰ ਚੋਣੀ ਹੁੰਦੀ ਹੀ ਏ। ਪੂਰਨ ਹੋ ਚੁੱਕੇ ਕਾਜ ਲਈ ਉਸ ਵਾਹਿਗੁਰੂ ਦਾ ਸ਼ੁਕਰ ਕੀਤਾ ਜਿਸ ਦਾ ਜਵਾਨੀ ਦੇ ਦਿਨਾਂ ਵਿੱਚ ਉਸਨੂੰ ਕਦੇ ਖਿਆਲ ਵੀ ਨਹੀਂ ਆਇਆ ਸੀ। ਇਸ ਐਪੀਸੋਡ ਦਾ ਅਗਲਾ ਹਿੱਸਾ ਅਗਲੇ ਆਡੀਓ 'ਚ ਪੇਸ਼ ਕਰਾਂਗੇ।